ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕੈਨੇਡਾ ਦੇ ਵਿੱਚ ਕੋਵਿਡ-19 ਅਪਡੇਟ, ਦੱਸਾਂਗੇ ਕਿੱਥੋਂ ਆਏ ਕਿੰਨੇ ਮਾਮਲੇ ਸਾਹਮਣੇ। ਸਪਟੈਂਬਰ ਦੇ ਵਿੱਚ ਕੈਨੇਡਾ ਵਾਸੀਆਂ ਨੂੰ ਮਿਲੇਗੀ ਵੈਕਸੀਨ, ਟਰੂਡੋ ਨੇ ਸਾਂਝੀ ਕੀਤੀ ਇਸ ਵੈਕਸੀਨ ਦੇ ਬਾਰੇ ਵਿੱਚ ਜਾਣਕਾਰੀ। ਕੈਨੇਡਾ ਦੇ ਐਮਪੀਆਈ ਕਿਸਾਨਾਂ ਦੇ ਹੱਕ ਦੇ ਵਿੱਚ ਕਿਹਾ ਸੁਣੀ ਜਾਵੇ ਕਿਸਾਨਾਂ ਦੀ ਗੱਲ। ਅਮਰੀਕਾ ਅੰਦਰ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ, ਕੀਤੀ ਭਾਰਤ ਸਰਕਾਰ ਦੇ ਰਵੱਈਏ ਦੀ ਨਿਖੇਧੀ। ਟਰੂਡੋ ਨੇ ਦਿੱਤਾ ਕੈਨੇਡਾ ਵਾਸੀਆਂ ਨੂੰ ਸੰਦੇਸ਼, ਮੌਜੂਦਾ ਹਾਲਾਤ ਬਾਰੇ ਕਰਵਾਇਆ ਜਾਣੂ। ਸੋ ਖਬਰਾਂ ਦੇ ਇਸ ਬੁਲੇਟਿਨ ਦੀ ਸ਼ੁਰੂਆਤ ਗੱਲ ਕਰਦੇ ਹਾਂ ਪਹਿਲੀ ਖਬਰ ਦੀ, ਜੋ ਕੈਨੇਡਾ ਦੇ ਵਿੱਚ ਕੋਵਿਡ-19 ਦੀ ਮੌਜੂਦਾ ਸਥਿਤੀ ਹੈ। ਸੋ ਇਸ ਖਬਰ ਦੇ ਵਿੱਚ तमाम ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਕੈਨੇਡਾ ਦੇ ਵਿੱਚ ਜੋ ਕੇਸਿਸ ਓਵਰਵਿਊ ਹੈ ਉਹ ਵੀ ਸਾਂਝਾ ਕਰਾਂਗੇ। ਨਾਲ ਦੀ ਨਾਲ ਦੱਸਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਵਿਡ-19 ਦੇ ਜਾਨੀ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਨੇ। ਜਾਣਕਾਰੀ ਸਾਂਝੀ ਕਰਦੇ ਹਾਂ ਕਿ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਤੋਂ ਕਿੰਨੇ ਕੋਵਿਡ ਵਾਇਰਸ ਦੇ ਕੇਸਿਸ ਸਾਹਮਣੇ ਆਏ ਹਨ। ਓਨਟਾਰੀਓ ਦੇ ਵਿੱਚ 1855 ਕੇਸ ਦਰਜ ਕੀਤੇ ਗਏ। ਦੱਸੀਏ ਕਿ ਟੋਰਾਂਟੋ ਤੇ ਪੀਲ ਰੀਜਨ ਦੇ ਵਿੱਚ ਲਾਕਡਾਊਨ ਲਗਾਇਆ ਗਿਆ ਹੈ, ਜਿੱਥੇ ਮੁੜ ਤੋਂ ਪਾਬੰਦੀਆਂ ਲਗਾਈਆਂ ਗਈਆਂ ਨੇ। ਉਸ ਦੇ ਬਾਵਜੂਦ ਵੀ ਕੇਸਾਂ ਦਾ ਸਾਹਮਣੇ ਆਉਣਾ ਲਗਾਤਾਰ ਜਾਰੀ ਹੈ। ਓਨਟਾਰੀਓ ਦੇ ਵਿੱਚ 58,000 ਕੋਵਿਡ ਟੈਸਟ ਕੀਤੇ ਗਏ। ਪੀਲ ਰੀਜਨ ਤੋਂ 517 ਮਾਮਲੇ, ਟੋਰਾਂਟੋ ਤੋਂ 454 ਮਾਮਲੇ ਅਤੇ 199 ਯਾਰਕ ਰੀਜਨ ਤੋਂ ਮਾਮਲੇ ਸਾਹਮਣੇ ਆਏ ਨੇ। ਬਾਕੀ ਰੀਜਨਸ ਦੀ ਗੱਲ ਕਰੀਏ ਤਾਂ ਹੈਮਿਲਟਨ ਤੋਂ 82 ਮਾਮਲੇ, ਵਾਟਰਲੂ ਰੀਜਨ ਤੋਂ 74 ਮਾਮਲੇ, ਡਰਹਮ ਰੀਜਨ ਤੋਂ 65 ਮਾਮਲੇ, ਓਟਵਾ ਤੋਂ 55 ਮਾਮਲੇ ਰਿਪੋਰਟ ਹੋਏ ਹਨ। ਇਨ੍ਹਾਂ ਕੇਸਿਸ ਦੇ ਵਿੱਚੋਂ 122 ਸਕੂਲ ਰਿਲੇਟਡ ਇਨਫੈਕਸ਼ਨਸ ਨੇ, ਜਿਨ੍ਹਾਂ 'ਚ 99 ਸਟੂਡੈਂਟਸ ਅਤੇ 23 ਸਟਾਫ ਮੈਂਬਰ ਸ਼ਾਮਲ ਨੇ। ਇਸ ਸਮੇਂ ਓਨਟਾਰੀਓ ਦੇ ਵਿੱਚ 13,255 ਦੇ ਕਰੀਬ ਐਕਟਿਵ ਕਨਫਰਮਡ ਕੇਸਿਸ ਨੇ। ਕਿਊਬੈਕ ਤੋਂ 1,269 ਮਾਮਲੇ ਸਾਹਮਣੇ ਆਏ ਤੇ ਨਾਲ ਦੀ ਨਾਲ 38 ਲੋਕਾਂ ਦੀ ਜਾਨ ਵੀ ਇਸ ਵਾਇਰਸ ਕਾਰਨ ਇੱਥੇ ਗਈ ਹੈ। ਕੈਨੇਡਾ ਦੇ ਵਿੱਚ ਹੁਣ ਤੱਕ 3,57,000 ਦੇ ਕਰੀਬ ਕੁੱਲ ਮਾਮਲੇ ਇਸ ਵਾਇਰਸ ਦੇ ਨਾਲ ਸੰਬੰਧਿਤ ਸਾਹਮਣੇ ਆ ਚੁੱਕੇ ਨੇ। 11,874 ਦੇ ਕਰੀਬ ਮੌਤਾਂ ਵੀ ਇੱਥੇ ਕੋਵਿਡ-19 ਵਾਇਰਸ ਕਾਰਨ ਹੋ ਚੁੱਕੀਆਂ ਨੇ। 2,84,000 ਦੇ ਕਰੀਬ ਕੈਨੇਡਾ ਦੇ ਵਿੱਚ ਕੁੱਲ ਰਿਕਵਰਡ ਕੇਸਿਸ ਨੇ। ਭਾਰਤ ਦੇ ਕਿਸਾਨ ਖੇਤੀਬਾੜੀ ਦੇ ਕਾਨੂੰਨਾਂ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਨੇ। ਅਜਿਹੇ 'ਚ ਅਮਰੀਕਾ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਦੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਇਸ ਘਟਨਾ ਦੀ ਜਿਹੜੀ ਹੈ ਉਹ ਨਿਖੇਧੀ ਕੀਤੀ ਗਈ ਹੈ। ਉਹਨਾਂ ਇਸ ਦੇ ਲਈ ਕਿਹਾ ਹੈ ਕਿ ਕਿਸਾਨ ਭਾਰਤ ਦੇ ਵਿੱਚ ਸ਼ਾਂਤਮਈ ਢੰਗ ਦੇ ਨਾਲ ਆਪਣੀ ਗੱਲ ਅੱਗੇ ਰੱਖ ਰਹੇ ਸੀ। ਉਹਨਾਂ ਵੱਲੋਂ ਅੰਦੋਲਨ ਕੀਤਾ ਜਾ ਰਿਹਾ ਸੀ, ਪਰ ਪੁਲਿਸ ਨੇ ਉਹਨਾਂ ਦੇ ਉੱਪਰ ਜੋ ਅਥਰੂ ਗੈਸ ਦੇ ਤੇ ਪਾਣੀ ਦੀਆਂ ਬੁਛਾਰਾਂ ਛੱਡੀਆਂ ਨੇ, ਉਹ ਵਾਕਈ ਹੀ ਸਖਤ ਸ਼ਬਦਾਂ ਦੇ ਵਿੱਚ ਨਿੰਦਣਯੋਗ ਨੇ। ਇਹ ਗੱਲ ਉਹਨਾਂ ਵੱਲੋਂ ਕਹੀ ਗਈ ਹੈ। ਉਹਨਾਂ ਹੋਰ ਕੀ ਕਿਹਾ ਤੁਹਾਨੂੰ ਇਸ ਖਬਰ ਦੇ ਵਿੱਚ ਦੱਸਾਂਗੇ। ਕਿਸਾਨਾਂ ਦੇ ਹੱਕ ਦੇ ਵਿੱਚ ਅਮਰੀਕਾ ਤੋਂ ਵੀ ਆਵਾਜ਼ ਬੁਲੰਦ ਹੋਈ ਹੈ। ਇੱਥੇ ਹੀ ਭਾਰਤ ਦੇ ਵਿੱਚ ਜੋ ਕਿਸਾਨਾਂ ਦੇ ਨਾਲ ਹੋ ਰਿਹਾ ਹੈ ਉਸ ਦੀ ਨਿੰਦਾ ਕੀਤੀ ਗਈ ਹੈ। ਕੈਲੀਫੋਰਨੀਆ ਦੇ ਗੁਰੂ ਨਾਨਕ ਸਿੱਖ ਟੈਂਪਲ ਅਤੇ ਨਿਊ ਜਰਸੀ ਸਿੱਖ ਗੁਰਦੁਆਰਾ ਕੌਂਸਲ ਵੱਲੋਂ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਸ਼ਾਂਤੀਪੂਰਵਕ ਅੰਦੋਲਨ ਕੀਤਾ ਅਤੇ ਭਾਰਤ ਸਰਕਾਰ ਵੱਲੋਂ ਉਨ੍ਹਾਂ ਤੇ ਅਤਿਆਚਾਰਕ ਹਮਲਾ ਕੀਤਾ ਗਿਆ ਅਤੇ ਇਸ ਦੀ ਗੁਰੂ ਨਾਨਕ ਸਿੱਖ ਟੈਂਪਲ ਅਤੇ ਨਿਊ ਜਰਸੀ ਸਿੱਖ ਗੁਰਦੁਆਰਾ ਕੌਂਸਲ ਵੱਲੋਂ ਨਿਖੇਧੀ ਕੀਤੀ ਗਈ। ਉਨ੍ਹਾਂ ਕਿਹਾ ਕਿ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਦੁਆਰਾ ਸ਼ਾਂਤੀਪੂਰਵਕ ਅੰਦੋਲਨ ਉੱਪਰ ਠੰਡ ਦੇ ਮੌਸਮ ਦੇ ਵਿੱਚ ਠੰਡੇ ਪਾਣੀ ਦੀਆਂ ਬੌਛਾਰਾਂ, ਲਾਠੀਆਂ ਤੇ ਅਥਰੂ ਗੈਸ ਦੇ ਨਾਲ ਅਤਿਆਚਾਰ ਕਰਕੇ ਕਿਸਾਨਾਂ ਦੇ ਹੱਕਾਂ ਨੂੰ ਦਬਾਇਆ ਜਾ ਰਿਹਾ ਹੈ। ਉਨ੍ਹਾਂ ਸਰਬਸੰਮਤੀ ਦੇ ਨਾਲ ਭਾਰਤ ਦੀ ਕੇਂਦਰ ਸਰਕਾਰ ਦੇ ਇਸ ਰਵੱਈਏ, ਜਾਣੀ ਕਿ ਜੋ ਹਮਲਾ ਕੀਤਾ ਗਿਆ, ਉਸ ਦੀ ਪੁਰਜ਼ੋਰ ਸ਼ਬਦਾਂ ਦੇ ਨਾਲ ਨਿਖੇਧੀ ਕੀਤੀ ਹੈ ਅਤੇ ਭਾਰਤ ਦੀ ਕੇਂਦਰ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਦੇ ਉੱਪਰ ਅਤਿਆਚਾਰ ਬੰਦ ਕੀਤਾ ਜਾਵੇ ਅਤੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮੰਨੀਆਂ ਜਾਣ। ਦੱਸੀਏ ਕਿ ਭਾਰਤ ਦੇ ਵਿੱਚ ਕਿਸਾਨਾਂ ਵੱਲੋਂ ਲਗਾਤਾਰ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਹਨਾਂ ਵੱਲੋਂ ਲਗਾਤਾਰ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਭਾਰਤ ਦੀ ਕੇਂਦਰ ਸਰਕਾਰ ਜੋ ਖੇਤੀ ਦੇ ਕਾਨੂੰਨ ਨੇ ਉਹਨਾਂ ਨੂੰ ਵਾਪਸ ਲਵੇ। ਕਿਸਾਨਾਂ ਦੇ ਹੱਕ ਦੇ ਵਿੱਚ ਕੈਨੇਡਾ ਦੇ 2 ਐਮਪੀਜ਼ ਵੱਲੋਂ ਆਵਾਜ਼ ਬੁਲੰਦ ਕੀਤੀ ਗਈ ਹੈ। ਸੋਸ਼ਲ ਮੀਡੀਆ ਦੇ ਉੱਪਰ ਟਿਮ ਸਿੰਘ ਉੱਪਲ ਅਤੇ ਜਸਰਾਜ ਸਿੰਘ ਹੱਲਣ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਉਹਨਾਂ ਕਿਹਾ ਕਿ ਕਿਸਾਨਾਂ ਦੀ ਜੋ ਰਿਸਪੈਕਟ ਹੈ ਉਹ ਕਰਨੀ ਚਾਹੀਦੀ ਹੈ। ਸਰਕਾਰ ਨੂੰ ਉਹਨਾਂ ਦੀ ਗੱਲ ਵੀ ਸੁਣਨੀ ਚਾਹੀਦੀ ਹੈ। ਜੋ ਘਟਨਾਕ੍ਰਮ ਭਾਰਤ ਦੇ ਵਿੱਚ ਹੋਇਆ ਹੈ ਉਸ ਦੀ ਨਿਖੇਧੀ ਉਹਨਾਂ ਵੱਲੋਂ ਕੀਤੀ ਗਈ ਹੈ।
ਜਿਹੜੇ ਆਮ ਲੋਕ ਨੇ ਕੈਨੇਡਾ ਦੇ, ਉਹਨਾਂ ਵੱਲੋਂ ਇਹੀ ਦੇਖਿਆ ਜਾ ਰਿਹਾ ਸੀ ਕਿ ਜਿਹੜੇ ਐਮਪੀਜ਼ ਨੇ ਕੈਨੇਡਾ ਦੇ ਵਿੱਚ, ਖਾਸ ਤੌਰ ਦੇ ਉੱਪਰ ਪੰਜਾਬੀ ਮੈਂਬਰ ਪਾਰਲੀਮੈਂਟ, ਉਹ ਕਿਸਾਨਾਂ ਦੇ ਹੱਕ ਦੇ ਵਿੱਚ ਕਦੋਂ ਆਉਣਗੇ, ਕਿਉਂਕਿ ਪਹਿਲਾਂ ਇੱਥੇ ਜਿਹੜਾ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਰੈਲੀਆਂ ਵੀ ਕੀਤੀਆਂ ਗਈਆਂ ਨੇ, ਆਪਣੀ ਆਵਾਜ਼ ਵੀ ਸਮੇਂ-ਸਮੇਂ ਦੇ ਉੱਪਰ ਚੁੱਕੀ ਗਈ ਹੈ। ਕਿਸਾਨ ਅੰਦੋਲਨ ਦੇ ਹੱਕ ਦੇ ਵਿੱਚ ਕੈਨੇਡਾ ਤੋਂ ਵੀ ਹੁਣ ਇੱਕ ਵਾਰ ਫਿਰ ਆਵਾਜ਼ ਉੱਠੀ ਹੈ। ਇਹ ਆਵਾਜ਼ ਤੋਂ ਪੰਜਾਬੀ ਮੈਂਬਰ ਪਾਰਲੀਮੈਂਟ ਵੱਲੋਂ ਚੁੱਕੀ ਗਈ ਹੈ। ਜਸਰਾਜ ਸਿੰਘ ਹੱਲਣ ਅਤੇ ਟਿਮ ਉਪਲ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਕਿਸਾਨ ਅੰਦੋਲਨ ਦੇ ਹੱਕ ਦੇ ਵਿੱਚ ਪੋਸਟ ਸਾਂਝੀ ਕੀਤੀ ਗਈ। ਜਸਰਾਜ ਸਿੰਘ ਹੱਲਣ ਕੈਲਗਰੀ ਤੋਂ ਅਤੇ ਟਿਮ ਉਪਲ ਐਡਮਿੰਟਨ ਤੋਂ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਪਾਰਲੀਮੈਂਟ ਹਨ। ਦੱਸੀਏ ਕਿ ਕਿਸਾਨਾਂ ਵੱਲੋਂ ਲਗਾਤਾਰ ਖੇਤੀਬਾੜੀ ਦੇ ਨਾਲ ਸੰਬੰਧਿਤ 3 ਬਿੱਲਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਦੀ ਇਹੀ ਮੰਗ ਹੈ ਕਿ ਭਾਰਤ ਸਰਕਾਰ ਇਹਨਾਂ ਬਿੱਲਾਂ ਨੂੰ, ਜਿਸ ਨੂੰ ਕਾਨੂੰਨ ਦੇ ਵਿੱਚ ਬਦਲ ਦਿੱਤਾ ਗਿਆ ਹੈ, ਇਸ ਨੂੰ ਵਾਪਸ ਲਵੇ। ਆਪਣੀਆਂ ਮੰਗਾਂ ਦੇ ਲਈ ਕਿਸਾਨ ਦਿੱਲੀ ਧਰਨਾ ਦੇਣ ਜਾ ਰਹੇ ਹਨ, ਪਰ ਰਾਸਤੇ ਦੇ ਵਿੱਚ ਬੈਰੀਕੇਡਿੰਗ ਕਰਕੇ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਰਿਹਾ ਹੈ। ਕੈਨੇਡਾ ਦੇ ਵਿੱਚ ਪਹਿਲਾਂ ਵੀ ਕਿਸਾਨ ਪ੍ਰੋਟੈਸਟ ਦੇ ਹੱਕ ਦੇ ਵਿੱਚ ਰੈਲੀਆਂ ਕੱਢੀਆਂ ਜਾ ਚੁੱਕੀਆਂ ਨੇ। ਆਮ ਲੋਕ ਕਿਸਾਨਾਂ ਦੇ ਹੱਕ ਦੇ ਵਿੱਚ ਕੈਨੇਡਾ ਅੰਦਰ ਦੇਖੇ ਜਾ ਰਹੇ ਹਨ। ਅਜਿਹੇ 'ਚ ਇਹ ਲੋਕ ਚਾਹੁੰਦੇ ਹਨ ਕਿ ਕੈਨੇਡਾ ਦੇ ਮੈਂਬਰ ਪਾਰਲੀਮੈਂਟ, ਖਾਸ ਕਰਕੇ ਪੰਜਾਬੀ ਮੈਂਬਰ ਪਾਰਲੀਮੈਂਟ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਆਉਣ। ਇਸੇ ਦੇ ਚੱਲਦਿਆਂ ਜਸਰਾਜ ਸਿੰਘ ਹੱਲਣ ਅਤੇ ਟਿਮ ਉਪਲ ਨੇ ਫਾਰਮਰ ਪ੍ਰੋਟੈਸਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਜਿਸ ਤਰ੍ਹਾਂ ਦਾ ਬਿਹੇਵੀਅਰ ਕਿਸਾਨਾਂ ਦੇ ਨਾਲ ਹੋਇਆ, ਉਸ ਦੀ ਨਿੰਦਾ ਉਹਨਾਂ ਵੱਲੋਂ ਕੀਤੀ ਗਈ ਹੈ। ਉਹਨਾਂ ਕੈਪਸ਼ਨ ਦੇ ਵਿੱਚ ਲਿਖਿਆ ਕਿ ਕਿਸਾਨਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਅਤੇ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਹੁਣ ਦੇਖਣਾ ਹੋਵੇਗਾ ਕਿ ਇਹਨਾਂ 2 ਮੈਂਬਰ ਪਾਰਲੀਮੈਂਟ ਤੋਂ ਇਲਾਵਾ ਹੋਰ ਕੌਣ ਕਿਸਾਨਾਂ ਦੇ ਹੱਕ ਦੇ ਵਿੱਚ ਆਉਂਦਾ ਹੈ। ਮਸਜਿਦ ਤੇ ਹਮਲਾ ਕਰਕੇ ਕਈ ਜਾਣਿਆਂ ਨੂੰ ਜ਼ਖਮੀ ਕਰਨ ਵਾਲੇ ਤੇ ਕਈਆਂ ਦੀ ਜਾਨ ਲੈਣ ਵਾਲੇ ਜਿਹੜਾ ਦੋਸ਼ੀ ਹੈ, ਉਸ ਦੀ ਹੁਣ ਅਦਾਲਤ ਵੱਲੋਂ ਸਜ਼ਾ ਘੱਟ ਕੀਤੀ ਗਈ ਹੈ। ਦਰਅਸਲ ਕੈਨੇਡਾ ਦੀ ਇੱਕ ਮਸਜਿਦ ਦੇ ਵਿੱਚ ਇਸ ਦੋਸ਼ੀ ਵੱਲੋਂ ਹਮਲਾ ਕੀਤਾ ਗਿਆ ਸੀ, ਜਿਸ ਦੇ ਵਿੱਚ 6 ਜਾਣਿਆਂ ਦੀ ਜਾਨ ਚਲੀ ਗਈ ਅਤੇ ਕਈ ਜਾਣੇ ਜ਼ਖਮੀ ਹੋਏ ਸੀ। ਖਬਰ ਕਿਊਬੈਕ ਤੋਂ ਸਾਹਮਣੇ ਆਈ, ਜਿੱਥੇ ਕੈਨੇਡਾ ਦੀ ਇੱਕ ਮਸਜਿਦ ਤੇ ਹਮਲਾ ਕਰਕੇ 6 ਲੋਕਾਂ ਨੂੰ ਮਾਰਨ ਵਾਲੇ ਦੀ ਸਜ਼ਾ ਘੱਟ ਹੋਈ। ਕੈਨੇਡਾ ਦੇ ਪ੍ਰੋਵਿੰਸ ਕਿਊਬੈਕ ਦੀ ਇੱਕ ਅਪੀਲ ਕੋਰਟ ਦਾ ਕਹਿਣਾ ਹੈ ਕਿ ਸੰਨ 2017 ਦੇ ਵਿੱਚ ਕਿਊਬੈਕ ਸਿਟੀ ਦੀ ਇੱਕ ਮਸਜਿਦ ਦੇ ਵਿੱਚ 6 ਜਾਣਿਆਂ ਨੂੰ ਮਾਰਨ ਅਤੇ ਕਈਆਂ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰਨ ਵਾਲੇ ਦੋਸ਼ੀਆਂ ਨੂੰ 2019 ਦੇ ਵਿੱਚ ਅਦਾਲਤ ਵੱਲੋਂ ਬਿਨਾਂ ਪੈਰੋਲ ਤੋਂ 40 ਸਾਲ ਦੀ ਉਮਰ ਕੈਦ ਦੀ ਸਜ਼ਾ ਸੁਣਾ ਦੇਣਾ ਅਨਕਨਸਟੀਟਿਊਸ਼ਨਲ ਸੀ। ਅਦਾਲਤ ਨੇ ਕਿਹਾ ਕਿ ਇਹ ਸਜ਼ਾ ਬਹੁਤ ਜ਼ਿਆਦਾ ਸੀ। ਇਸ ਦੇ ਲਈ ਅਪੀਲ ਕੋਰਟ ਨੇ ਲੋਅਰ ਕੋਰਟ ਦੇ ਫੈਸਲੇ ਨੂੰ ਗਲਤ ਦੱਸਦਿਆਂ ਕਾਤਲ ਦੀ ਸਜ਼ਾ ਘਟਾ ਕੇ ਬਿਨਾਂ ਪੈਰੋਲ ਦੇ 25 ਸਾਲ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤੀ ਹੈ। ਇਸ ਫੈਸਲੇ ਉੱਪਰ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋ ਰਹੇ ਹਨ ਕਿ ਇਸ ਤਰ੍ਹਾਂ ਦੇ ਖਤਰਨਾਕ ਅਪਰਾਧਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਮਰਸੀ ਦੇਣਾ ਸਹੀ ਵੀ ਹੈ ਜਾਂ ਨਹੀਂ। ਦੋਸ਼ੀ ਨੇ ਬਿਨਾਂ ਕਿਸੇ ਕਸੂਰ ਦੇ 6 ਲੋਕਾਂ ਦੀ ਜਾਨ ਲੈ ਲਈ ਸੀ ਅਤੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਜੋ ਘਾਟਾ ਪਿਆ ਉਹ ਕਦੇ ਨਹੀਂ ਪੂਰਾ ਹੋ ਸਕਦਾ। ਇਸੇ ਲਈ ਇਹਨਾਂ ਪਰਿਵਾਰਾਂ ਨੂੰ ਅਦਾਲਤ ਦਾ ਇਹ ਫੈਸਲਾ ਚੰਗਾ ਨਹੀਂ ਲੱਗਾ ਕਿ ਜਿਸ ਦੋਸ਼ੀ ਨੇ ਮਸਜਿਦ ਦੇ ਉੱਪਰ ਹਮਲਾ ਕਰਕੇ 6 ਜਾਣਿਆਂ ਦੀ ਜਾਨ ਲੈ ਲਈ ਅਤੇ ਕਈਆਂ ਨੂੰ ਜ਼ਖਮੀ ਕੀਤਾ, ਹੁਣ ਉਸ ਦੀ ਸਜ਼ਾ ਘਟਾ ਦਿੱਤੀ ਗਈ। ਕੈਨੇਡਾ ਦੇ ਵਿੱਚ ਜੋ ਕੋਵਿਡ-19 ਦੀ ਸਥਿਤੀ ਹੈ, ਉਸ ਬਾਰੇ ਜਾਣਕਾਰੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਮੇਂ-ਸਮੇਂ ਦੇ ਉੱਪਰ ਸਾਂਝੀ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਇੱਕ ਵਾਰ ਫਿਰ ਕੈਨੇਡੀਅਨਸ ਨੂੰ ਸੰਬੋਧਿਤ ਕੀਤਾ ਗਿਆ, ਜਿਸ ਵਿੱਚ ਉਹਨਾਂ ਕਿਹਾ ਕਿ ਵੈਕਸੀਨ ਹੈ ਜਿਹੜੀ ਜੋ 3 ਫਾਰਮਾਸਿਊਟੀਕਲ ਕੰਪਨੀਆਂ ਵੱਲੋਂ ਐਲਾਨ ਕੀਤਾ ਗਿਆ, ਉਸਨੇ ਸਭ ਦੇ ਦਿਲਾਂ ਦੇ ਵਿੱਚ ਇੱਕ ਉਮੀਦ ਜ਼ਰੂਰ ਜਤਾਈ ਹੈ। ਪਰ ਜਦ ਤੱਕ ਇਹ ਵੈਕਸੀਨ ਆਮ ਲੋਕਾਂ ਨੂੰ ਨਹੀਂ ਮਿਲ ਜਾਂਦੀ, ਉਸ ਤੋਂ ਪਹਿਲਾਂ ਸਾਨੂੰ ਜੋ ਅਸੀਂ ਕਰ ਸਕਦੇ ਹਾਂ ਉਹ ਕਰਨਾ ਚਾਹੀਦਾ ਹੈ, ਜਿਸ ਦੇ ਵਿੱਚ ਮਾਸਕ ਪਾਉਣਾ, ਫਿਜ਼ੀਕਲ ਡਿਸਟੈਂਸਿੰਗ ਦਾ ਖਿਆਲ ਰੱਖਣਾ, ਨਾਲ ਦੀ ਨਾਲ ਜਿਹੜੇ ਨਿਯਮ ਨੇ ਉਹਨਾਂ ਦੀ ਪਾਲਣਾ ਕਰਨਾ ਸ਼ਾਮਿਲ ਹੈ। ਇੱਥੇ ਹੀ ਜ਼ੋਰ ਦਿੰਦਿਆਂ ਟਰੂਡੋ ਵੱਲੋਂ ਇਹ ਵੀ ਕਿਹਾ ਗਿਆ ਕਿ ਕੋਵਿਡ-19 ਅਲਰਟ ਐਪ ਜਿਹੜੀ ਹੈ ਉਸ ਨੂੰ ਆਪਣੇ ਫੋਨਾਂ ਦੇ ਵਿੱਚ ਡਾਊਨਲੋਡ ਕੀਤਾ ਜਾਵੇ, ਭਰਿਆ ਜਾਵੇ, ਤਾਂ ਜਿਹੜੇ ਯੰਗਸਟਰਸ ਨੇ ਉਹ ਆਪਣੇ ਫੋਨਾਂ ਦੇ ਵਿੱਚ ਵੀ ਭਰਨ ਇਸ ਨੂੰ, ਤੇ ਨਾਲ ਦੀ ਨਾਲ ਜਿਹੜੇ ਬਜ਼ੁਰਗ ਨੇ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੀ ਵੀ ਸਹਾਇਤਾ ਕਰਨ, ਤਾਂ ਕਿ ਆਪਣੇ ਫੋਨ ਦੇ ਵਿੱਚ, ਮੋਬਾਈਲ ਫੋਨ ਦੇ ਵਿੱਚ ਉਹ ਇਸ ਕੋਵਿਡ ਅਲਰਟ ਐਪ ਨੂੰ ਡਾਊਨਲੋਡ ਕਰ ਸਕਣ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡੀਅਨਸ ਨੂੰ ਸੰਬੋਧਿਤ ਕੀਤਾ ਗਿਆ। ਇਸ ਦੌਰਾਨ ਉਹਨਾਂ ਕੋਵਿਡ ਦੀ ਸਥਿਤੀ ਸਪਸ਼ਟ ਕਰਦਿਆਂ ਕਿਹਾ ਕਿ ਕੈਨੇਡਾ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ। ਇਸ ਕੋਰੋਨਾ ਖਿਲਾਫ ਜੰਗ ਦੇ ਵਿੱਚ ਉਹ ਕੈਨੇਡਾ ਵਾਸੀਆਂ ਦੇ ਨਾਲ ਹਨ। ਉਹਨਾਂ ਕਿਹਾ ਕਿ ਅਸੀਂ ਟਫ ਟਾਈਮ ਦੇ ਵਿੱਚ ਜ਼ਰੂਰ ਹਾਂ, ਪਰ ਛੇਤੀ ਹੀ ਕੋਵਿਡ ਟੀਕਾ ਯਾਨੀ ਕਿ ਵੈਕਸੀਨ ਲੋਕਾਂ ਨੂੰ ਪਹੁੰਚ ਜਾਵੇਗਾ। ਪਰ ਉਸ ਤੋਂ ਪਹਿਲਾਂ ਜੋ ਸਾਡੀ ਜ਼ਿੰਮੇਵਾਰੀ ਹੈ ਸਾਨੂੰ ਉਹ ਨਿਭਾਉਣੀ ਚਾਹੀਦੀ ਹੈ, ਜਿਸ ਦੇ ਵਿੱਚ ਮਾਸਕ ਪਹਿਨਣਾ, ਫਿਜ਼ੀਕਲ ਡਿਸਟੈਂਸਿੰਗ ਅਤੇ ਰੂਲਸ ਨੂੰ ਫੋਲੋ ਕਰਨਾ ਸ਼ਾਮਿਲ ਹੈ। ਉਹਨਾਂ ਅਪੀਲ ਕੀਤੀ ਕਿ ਲੋਕ ਕੋਵਿਡ ਅਲਰਟ ਐਪ ਨੂੰ ਜ਼ਰੂਰ ਆਪਣੇ ਮੋਬਾਈਲ ਫੋਨਸ ਦੇ ਵਿੱਚ ਭਰਨ, ਤੇ ਨਾਲ ਦੀ ਨਾਲ ਉਹਨਾਂ ਕਿਹਾ ਕਿ ਜੋ ਯੰਗ ਪੀਪਲ ਨੇ ਉਹ ਆਪ ਵੀ ਇਸ ਐਪ ਨੂੰ ਭਰਨ, ਤੇ ਨਾਲ ਜੋ ਉਹਨਾਂ ਦੇ ਘਰ 'ਚ ਬਜ਼ੁਰਗ ਨੇ ਉਹਨਾਂ ਦੀ ਵੀ ਇਸ ਵਿੱਚ ਸਹਾਇਤਾ ਕਰਨ, ਤਾਂ ਜੋ ਇਸ ਨੂੰ ਆਪਣੇ ਫੋਨ ਵਿੱਚ ਉਹ ਇੰਸਟਾਲ ਕਰ ਸਕਣ।
ਸੋ ਹੋਰ ਜਸਟਿਨ ਟਰੂਡੋ ਵੱਲੋਂ ਕੀ ਕਿਹਾ ਗਿਆ, ਸੁਣਾਉਂਦੇ ਹਾਂ ਤੁਹਾਨੂੰ ਉਹਨਾਂ ਦੀ ਜ਼ੁਬਾਨੀ। Today, Ontario released their highest number of daily COVID-19 cases ever. This week, Alberta saw their biggest cases ever, too. People on the East Coast are facing new cases and travel restrictions. And across the country, hundreds more families are grieving the loss of someone they loved. We're in some of the toughest days of this pandemic. Winter is coming. We're being driven indoors. We can't sit on patios and terraces like we used to. We're going to have to hold on tight. We're going to have to be there for each other by keeping our distances from each other. Avoid gatherings, follow local public health rules, and know that we're going to get through this winter. Vaccines are on the horizon. There's a light at the end of the tunnel. But we need to do what we can right now to make it through these coming months. We've shipped hundreds of millions of pieces of PPE, over 5.2 million rapid tests, with more to come, and invested over $25 billion to help the provinces and territories fight COVID-19. We expect that this support gets to people and communities, because that's who it's for, and that's where it makes a difference. Just look at what federal funding through the Safe Restart Agreement has meant to folks in Portage la Prairie, Manitoba. The city used part of their funding to help business owners who are having troubles with property costs. It made a big difference for local employers and their employees during a really difficult time. Businesses, cities, and provincial governments are facing tough choices about public health measures. Our government is here to help. In fact, this is something the premiers and I discussed during our First Minister's meeting yesterday. Already, our government has provided additional targeted support to communities facing significant outbreaks, and we're ready to do more as needed. As I discussed with Premier Savikatak earlier this week, our government is providing over $19.3 million in additional emergency support for Nunavut. This will go towards everything from more PPE and healthcare staff to getting healthy food on people's plates. ਕੈਨੇਡੀਅਨਸ ਨੂੰ ਕੋਵਿਡ-19 ਦਾ ਟੀਕਾ ਜਾਨੀ ਕਿ ਵੈਕਸੀਨ ਕਦੋਂ ਲੱਗੇਗਾ, ਇਹ ਜਾਣਕਾਰੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਾਂਝੀ ਕੀਤੀ ਹੈ। ਉਹਨਾਂ ਕਿਹਾ ਹੈ ਕਿ ਬਹੁਤ ਗਿਣਤੀ ਕੈਨੇਡਾ ਵਾਸੀਆਂ ਨੂੰ ਜਾਨੀ ਕਿ ਮੈਜੋਰਿਟੀ ਆਫ ਕੈਨੇਡੀਅਨਸ ਨੂੰ ਇਹ ਕੋਵਿਡ-19 ਵੈਕਸੀਨ ਸੈਪਟੈਂਬਰ ਦੇ ਵਿੱਚ ਲੱਗ ਜਾਵੇਗਾ। ਹੈਲਥ ਆਫੀਸ਼ੀਅਲਸ ਤੇ ਟਰੂਡੋ ਵੱਲੋਂ ਇਹੀ ਜਾਣਕਾਰੀ ਦਿੱਤੀ ਗਈ ਹੈ ਕਿ ਜੇਕਰ ਸਭ ਕੁਝ ਯੋਜਨਾ ਜੋ ਉਹਨਾਂ ਵੱਲੋਂ ਤਿਆਰ ਕੀਤੀ ਗਈ ਹੈ ਉਸ ਪਲਾਨ ਦੇ ਅਕੋਰਡਿੰਗ ਹੁੰਦਾ ਹੈ ਤਾਂ ਜਲਦ ਹੀ ਆਮ ਲੋਕਾਂ ਤੱਕ ਇਹ ਵੈਕਸੀਨ ਪਹੁੰਚ ਜਾਵੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਬਹੁਤ ਗਿਣਤੀ ਕੈਨੇਡੀਅਨਸ ਨੂੰ 2021 ਸਤੰਬਰ ਤੱਕ ਕੋਵਿਡ ਵੈਕਸੀਨ ਲੱਗ ਜਾਵੇਗਾ। 3 ਫਾਰਮਾਸਿਊਟੀਕਲ ਕੰਪਨੀਆਂ ਨੇ ਆਪਣੇ ਟੀਕੇ ਬਾਰੇ ਐਲਾਨ ਤੋਂ ਬਾਅਦ ਹੁਣ ਸਾਰੇ ਦੇਸ਼ਾਂ ਨੂੰ ਉਮੀਦ ਦੀ ਕਿਰਨ ਦਿਖਾਈ ਦੇ ਰਹੀ ਹੈ। ਇਹ ਕੋਰੋਨਾ ਟੀਕਾ ਆਮ ਲੋਕਾਂ ਤੱਕ ਕਦ ਪਹੁੰਚੇਗਾ, ਇਹ ਸਵਾਲ ਲਗਾਤਾਰ ਕੈਨੇਡੀਅਨਸ ਪੁੱਛ ਰਹੇ ਹਨ ਤੇ ਟਰੂਡੋ ਵੱਲੋਂ ਸਮੇਂ-ਸਮੇਂ ਦੇ ਉੱਪਰ ਇਸ ਬਾਰੇ ਜਾਣਕਾਰੀ ਸਪਸ਼ਟ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਮੈਜੋਰਿਟੀ ਆਫ ਕੈਨੇਡੀਅਨਸ ਨੂੰ ਸਤੰਬਰ ਤੱਕ ਇਹ ਟੀਕਾ ਲੱਗਣਾ ਚਾਹੀਦਾ ਹੈ। ਇਧਰ ਡਾਕਟਰਸ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਸਭ ਪਲਾਨ ਦੇ ਮੁਤਾਬਕ ਜੇਕਰ ਹੁੰਦਾ ਹੈ ਤਾਂ ਜਲਦ ਹੀ ਇਹ ਵੈਕਸੀਨ ਆਮ ਲੋਕਾਂ ਤੱਕ ਤੇ ਜ਼ਿਆਦਾ ਲੋਕਾਂ ਤੱਕ ਪਹੁੰਚ ਜਾਵੇਗੀ ਤੇ ਇਸ ਵਾਸਤੇ ਉਹ ਕਾਫੀ ਮਿਹਨਤ ਵੀ ਕਰ ਰਹੇ ਹਨ। ਸੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੋਲਦਿਆਂ ਹੋਰ ਕੀ ਕਿਹਾ, ਆਓ ਸੁਣਾਉਂਦੇ ਹਾਂ ਉਹਨਾਂ ਦੀ ਜ਼ੁਬਾਨੀ। We have continued to work with the provinces on vaccine delivery and logistics since last spring. We've been engaged, understanding that a vaccine was the way we were going to get through this pandemic, and that's why from the beginning we signed one of the most diverse range of contracts of any country on the world for more doses per capita than any other country around the world. We are ensuring that Canadians will be protected and will be helped through this pandemic in the best possible way. We have a strong plan that works with the provinces, and we're going to continue to make sure that every step of the way we're there to deliver for Canadians. I can understand the eagerness with which people want to know, when is this going to be over? When are we going to get the vaccines? What we can say is we are working extremely hard to deliver as quickly and as safely as possible. And I know people are really eager to find out, when are we going to get to that starting line? When are we going to start giving people vaccines? And we're working as hard as we can to make that as quickly as possible.
But at the same time, what really matters is when we get to cross the finish line. And the fact that the doctors highlighted that if all goes according to plan, we should be able to have the majority of Canadians vaccinated by next September puts us in very good stead. We're going to continue to do everything we can to deliver for Canadians, listening to experts, working with top people to make sure that we're doing this right and quickly and safely for all Canadians. ਇੱਕ ਰਿਪੋਰਟ ਦੇ ਵਿੱਚ ਕੈਨੇਡਾ ਦੇ ਹਸਪਤਾਲਾਂ ਨੂੰ ਲੈ ਕੇ ਇੱਕ ਖੁਲਾਸਾ ਹੋਇਆ ਹੈ। ਇਸ ਦੇ ਵਿੱਚ ਪਾਇਆ ਗਿਆ ਹੈ ਕਿ ਕੈਨੇਡਾ ਦੇ ਹਸਪਤਾਲਾਂ ਦੀ ਹਾਲਤ ਜਿਹੜੀ ਹੈ ਉਹ ਬੇहद ਖਰਾਬ ਹੈ ਤੇ ਨਾਲ ਦੀ ਨਾਲ ਜੋ ਇਹਨਾਂ ਹਸਪਤਾਲਾਂ ਦੇ ਵਿੱਚ ਇਕਵਿਪਮੈਂਟਸ ਨੇ ਉਹ ਵੀ ਕਾਫੀ ਜ਼ਿਆਦਾ ਪੁਰਾਣੇ ਨੇ ਤੇ ਇਹਨਾਂ ਵਿੱਚੋਂ ਕਈ ਕੰਮ ਵੀ ਨਹੀਂ ਕਰਦੇ। ਸੋ ਇਸ ਰਿਪੋਰਟ ਦੇ ਵਿੱਚ ਇਸ ਦੇ ਨਾਲ ਸੰਬੰਧਿਤ ਸਾਰਾ ਖੁਲਾਸਾ ਕੀਤਾ ਗਿਆ ਹੈ। ਪਰ ਜੇਕਰ ਅਸੀਂ ਮੌਜੂਦਾ ਸਥਿਤੀ ਦੀ ਗੱਲ ਕਰੀਏ ਤਾਂ ਇਸ ਸਮੇਂ ਜੋ ਸੈਕਿੰਡ ਵੇਵ ਕੋਵਿਡ-19 ਦੀ ਕੈਨੇਡਾ ਦੇ ਵਿੱਚ ਚੱਲ ਰਹੀ ਹੈ, ਬਹੁਤ ਸਾਰੇ ਮਰੀਜ਼ ਜਿਹੜੇ ਹਸਪਤਾਲ ਦੇ ਵਿੱਚ ਵੀ ਦਾਖਲ ਹੋ ਰਹੇ ਨੇ। ਅਜਿਹੇ 'ਚ ਹੁਣ ਸਰਕਾਰ ਦੇ ਲਈ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਇਹਨਾਂ ਹਸਪਤਾਲਾਂ ਦੇ ਵਿੱਚ ਉਹਨਾਂ ਵੱਲੋਂ ਇਨਵੈਸਟ ਕੀਤਾ ਜਾਵੇ। ਕੈਨੇਡਾ ਤੋਂ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਕੈਨੇਡਾ ਦੇ ਹਸਪਤਾਲਾਂ ਦੇ ਬਾਰੇ ਵਿੱਚ ਖੁਲਾਸਾ ਹੋਇਆ ਹੈ। ਇਸ ਵਿੱਚ ਸਾਹਮਣੇ ਆਇਆ ਕਿ ਹਸਪਤਾਲਾਂ ਦੀ ਹਾਲਤ ਬੇहद ਖਰਾਬ ਹੈ। ਕੈਨੇਡਾ ਦੇ ਵਿੱਚ ਲਗਾਤਾਰ ਨਵੇਂ ਕੋਵਿਡ ਕੇਸ ਰਿਪੋਰਟ ਹੋ ਰਹੇ ਹਨ। ਅਜਿਹੇ 'ਚ ਓਨਟਾਰੀਓ 'ਚ ਕਰੋਨਾ ਵਾਇਰਸ ਦੇ ਮਾਮਲੇ ਬਹੁਤ ਤੇਜ਼ੀ ਦੇ ਨਾਲ ਤੇ ਜ਼ਿਆਦਾ ਵਧ ਰਹੇ ਨੇ। ਇਸ ਕਾਰਨ ਪੀਲ ਰੀਜਨ ਅਤੇ ਟੋਰਾਂਟੋ ਦੇ ਵਿੱਚ ਲਾਕਡਾਊਨ ਕੀਤਾ ਗਿਆ, ਮੁੜ ਤੋਂ ਸਖਤ ਪਾਬੰਦੀਆਂ ਲਗਾਈਆਂ ਗਈਆਂ। ਇਸ ਦੇ ਬਾਵਜੂਦ ਇੱਕ ਰਿਪੋਰਟ ਦੇ ਵਿੱਚ ਪਤਾ ਲੱਗਾ ਹੈ ਕਿ ਇਸ ਪ੍ਰੋਵਿੰਸ ਦੇ ਅੱਧੇ ਤੋਂ ਜ਼ਿਆਦਾ ਹਸਪਤਾਲ ਅਜਿਹੇ ਹਨ ਜਿਨ੍ਹਾਂ ਦੀ ਕੰਡੀਸ਼ਨ ਬਹੁਤ ਖਰਾਬ ਹੈ। ਕਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਬੇहद ਧਿਆਨ ਰੱਖਣ ਦੀ ਜ਼ਰੂਰਤ ਹੈ ਤੇ ਜਲਦ ਹੀ ਹਸਪਤਾਲਾਂ ਦੀ ਸਥਿਤੀ ਸੁਧਾਰਨ ਦੀ ਜ਼ਰੂਰਤ ਹੈ। ਫਾਈਨੈਂਸ਼ੀਅਲ ਅਕੋਮੋਡੇਟੀ ਆਫਿਸ ਵੱਲੋਂ ਰਿਪੋਰਟ ਪੇਸ਼ ਕੀਤੀ ਗਈ। ਇਸ ਦੇ ਮੁਤਾਬਕ ਹਸਪਤਾਲਾਂ ਦੀ ਸਥਿਤੀ ਸੜਕਾਂ, ਪੁਲਾਂ ਅਤੇ ਹੋਰ ਇਮਾਰਤਾਂ ਨਾਲੋਂ ਵੀ ਖਰਾਬ ਹੈ। ਰਿਪੋਰਟ ਮੁਤਾਬਕ ਇਹਨਾਂ ਦੀ ਕੰਡੀਸ਼ਨ ਨੂੰ ਇੰਪਰੂਵ ਕਰਨ ਦੇ ਲਈ ਸਰਕਾਰ ਨੂੰ $1 ਟ੍ਰਿਲੀਅਨ ਖਰਚ ਕਰਨ ਦੀ ਜ਼ਰੂਰਤ ਹੈ। ਅਧਿਕਾਰੀਆਂ ਨੇ ਕਿਹਾ ਕਿ 10 ਸਾਲਾਂ ਦੇ ਵਿੱਚ ਇਸ ਤੇ ਲਗਭਗ $64.5 ਬਿਲੀਅਨ ਖਰਚਣ ਦੀ ਜ਼ਰੂਰਤ ਪੈਣ ਵਾਲੀ ਹੈ ਅਤੇ ਇਸ ਹਿਸਾਬ ਦੇ ਨਾਲ ਹਰ ਸਾਲ $6.5 ਬਿਲੀਅਨ ਦਾ ਭਾਰੀ ਖਰਚਾ ਕੱਢਣਾ ਪਵੇਗਾ। ਪ੍ਰੀਮੀਅਰ ਨੇ ਵੀ ਕਿਹਾ ਹੈ ਕਿ ਇਹ ਜਿੰਨਾ ਹੋ ਸਕੇ ਸੂਬੇ ਦੇ ਹਸਪਤਾਲਾਂ ਦੇ ਸੁਧਾਰ ਦੇ ਲਈ ਉਹ ਕਦਮ ਚੁੱਕਣਗੇ। ਜੇਕਰ 2019 ਦੇ ਬਜਟ ਦੀ ਗੱਲ ਕਰੀਏ ਤਾਂ ਉਸ ਮੁਤਾਬਕ ਸੂਬੇ ਦੇ ਕੋਲ ਯਾਨੀ ਕਿ ਪ੍ਰੋਵਿੰਸ ਦੇ ਕੋਲ ਬਹੁਤ ਘੱਟ ਰਾਸ਼ੀ ਹੈ। ਪ੍ਰੋਵਿੰਸ ਦੇ 913 ਹਸਪਤਾਲਾਂ ਦੇ ਵਿੱਚੋਂ ਜ਼ਿਆਦਾ ਹਸਪਤਾਲ 47 ਸਾਲ ਪੁਰਾਣੇ ਹਨ। ਇਸ ਦੇ ਨਾਲ ਹੀ ਹਸਪਤਾਲ ਦੇ ਵਿੱਚ ਮੌਜੂਦ ਇਕਵਿਪਮੈਂਟਸ ਵੀ ਕਾਫੀ ਜ਼ਿਆਦਾ ਪੁਰਾਣੇ ਨੇ ਤੇ ਬਹੁਤ ਸਾਰੇ ਇਹਨਾਂ ਵਿੱਚੋਂ ਖਰਾਬ ਵੀ ਹੋ ਚੁੱਕੇ ਨੇ। ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਗੋਲੀਬਾਰੀ ਹੋਈ ਹੈ। ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਨੂੰ ਫੋਨ ਆਇਆ ਜਿਸ ਤੇ ਜਾਣਕਾਰੀ ਉਹਨਾਂ ਨੂੰ ਮਿਲੀ ਕਿ ਅਮਰੀਕਾ ਦੇ ਇੱਕ ਹਿੱਸੇ ਦੇ ਵਿੱਚ ਗੋਲੀਬਾਰੀ ਹੋ ਰਹੀ ਹੈ। ਪਰ ਜਦੋਂ ਉਹ ਰਸਤੇ ਦੇ ਵਿੱਚ ਜਾ ਰਹੇ ਸੀ ਤਾਂ ਉਹਨਾਂ ਨੂੰ ਬਾਕੀ ਜਗ੍ਹਾ ਦੇ ਉੱਪਰ ਵੀ ਜਿੱਥੇ ਗੋਲੀਬਾਰੀ ਹੋਈ ਉੱਥੋਂ ਮੈਸੇਜ ਆਉਣੇ ਸ਼ੁਰੂ ਹੋਏ ਨੇ। ਸੋ ਇਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਹੈ ਤੇ 4 ਜਾਣੇ ਜ਼ਖਮੀ ਦੱਸੇ ਜਾ ਰਹੇ ਨੇ। ਖਬਰ ਅਮਰੀਕਾ ਦੇ ਨਿਵਾਡਾ ਤੋਂ ਸਾਹਮਣੇ ਆਈ ਜਿੱਥੇ ਗੋਲੀਬਾਰੀ ਹੋਈ ਅਤੇ ਇਸ ਵਿੱਚ ਇੱਕ ਦੀ ਮੌਤ ਤੇ 4 ਜ਼ਖਮੀ ਹੋਏ ਹਨ। ਅਮਰੀਕਾ ਦੇ ਨਿਵਾਡਾ ਸੂਬੇ ਦੇ ਹੈਂਡਰਸਨ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਗੋਲੀਬਾਰੀ ਹੋਈ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋ ਗਏ। ਸਥਾਨਕ ਪੁਲਿਸ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਜਾਣਕਾਰੀ ਦਿੱਤੀ ਕਿ ਸੁਰੱਖਿਆ ਬਲਾਂ ਨੂੰ ਵੀਰਵਾਰ ਤੜਕੇ ਹੈਂਡਰਸਨ ਸ਼ਹਿਰ ਦੇ ਵਿੱਚ ਗੋਲੀਬਾਰੀ ਦੀ ਸੂਚਨਾ ਮਿਲੀ ਸੀ। ਜਦ ਪੁਲਿਸ ਘਟਨਾ ਸਥਾਨ ਤੇ ਜਾ ਰਹੀ ਸੀ ਤਾਂ ਉਸ ਨੂੰ ਸ਼ਹਿਰ ਦੇ ਹੋਰ ਹਿੱਸਿਆਂ ਤੋਂ ਗੋਲੀਬਾਰੀ ਦੇ ਸ਼ਿਕਾਰ ਲੋਕਾਂ ਦੇ ਮੈਸੇਜ ਮਿਲੇ। ਪੁਲਿਸ ਮੁਤਾਬਕ ਅਧਿਕਾਰੀਆਂ ਨੂੰ ਈਸਟ ਲੇਕ ਮਿਡ ਪਾਰਕਵੇ ਦੇ 800 ਬਲਾਕ ਵਿੱਚ ਘਟਨਾ ਸਥਾਨ ਤੇ ਇੱਕ 22 ਸਾਲਾ ਨੌਜਵਾਨ ਨੂੰ ਮ੍ਰਿਤਕ ਪਾਇਆ ਗਿਆ ਜਿਸ ਨੂੰ ਗੋਲੀ ਮਾਰੀ ਗਈ ਸੀ। ਇਸ ਤੋਂ ਇਲਾਵਾ ਇੱਕ ਔਰਤ ਸਮੇਤ 4 ਲੋਕਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਪਾਇਆ ਗਿਆ ਜੋ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਸਨ। ਪੀੜਤਾਂ ਨੂੰ ਇਲਾਜ ਦੇ ਲਈ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਹੁਣ ਉਹਨਾਂ ਦੀ ਹਾਲਤ ਸਟੇਬਲ ਦੱਸੀ ਜਾ ਰਹੀ ਹੈ। ਪੁਲਿਸ ਨੇ ਨਾਲ ਹੀ ਦੱਸਿਆ ਕਿ ਇਸ ਮਾਮਲੇ ਦੇ ਵਿੱਚ 2 ਸ਼ੱਕੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਜਿਨ੍ਹਾਂ ਵੱਲੋਂ ਅਮਰੀਕਾ ਦੇ ਨਿਵਾਡਾ ਦੇ ਵਿੱਚ ਗੋਲੀਬਾਰੀ ਕੀਤੀ ਗਈ ਅਤੇ ਇੱਕ ਦੀ ਮੌਤ ਹੋਈ ਤੇ 4 ਜ਼ਖਮੀ ਹੋਏ। ਕੋਵਿਡ-19 ਦੇ ਚੱਲਦਿਆਂ ਅਲੱਗ ਤਰ੍ਹਾਂ ਦੇ ਇਸ ਨੂੰ ਲੈ ਕੇ ਖੁਲਾਸੇ ਹੋ ਰਹੇ ਨੇ। ਬਹੁਤ ਤਰ੍ਹਾਂ ਦੀਆਂ ਜਿਹੜੀਆਂ ਇਸ ਨੂੰ ਲੈ ਕੇ ਰਿਪੋਰਟਸ ਵੀ ਸਾਹਮਣੇ ਆ ਰਹੀਆਂ ਨੇ। ਇੱਕ ਹੋਰ ਜਿਹੜੀ ਰਿਪੋਰਟ ਕੈਨੇਡਾ ਤੋਂ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹ ਪਾਇਆ ਗਿਆ ਕਿ ਜੋ ਇੱਥੇ ਮੌਤਾਂ ਹੋਈਆਂ ਨੇ ਉਸ ਦੇ ਵਿੱਚ ਜ਼ਿਆਦਾਤਰ ਲੋਕ 85 ਸਾਲ ਜਾਂ 85 ਸਾਲ ਤੋਂ ਜ਼ਿਆਦਾ ਉਮਰ ਦੇ ਸ਼ਾਮਿਲ ਨੇ। ਬਾਕੀ ਇਸ ਦੇ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਤੁਹਾਡੇ ਨਾਲ ਇਸ ਖਬਰ ਦੇ ਵਿੱਚ ਸਾਂਝੀ ਕਰਾਂਗੇ। ਕੈਨੇਡਾ ਦੇ ਵਿੱਚ ਕੋਵਿਡ-19 ਦੇ ਕਾਰਨ ਸਭ ਤੋਂ ਜ਼ਿਆਦਾ ਮੌਤਾਂ ਵੱਧ ਉਮਰ ਵਾਲਿਆਂ ਦੀਆਂ ਹੋਈਆਂ ਨੇ। ਦਰਅਸਲ ਇਹ ਖੁਲਾਸਾ ਇੱਕ ਰਿਪੋਰਟ ਦੇ ਵਿੱਚ ਹੋਇਆ। ਕੈਨੇਡਾ ਦੇ ਵਿੱਚ ਕੋਵਿਡ-19 ਦੀ ਦੂਜੀ ਲਹਿਰ ਯਾਨੀ ਕਿ ਸੈਕਿੰਡ ਵੇਵ ਚੱਲ ਰਹੀ ਹੈ
ਅਜਿਹੇ ਦੇ ਵਿੱਚ ਜਾਣਕਾਰੀ ਜਾਣੀ ਕਿ ਇਨਫੋਰਮੇਸ਼ਨ ਸਾਹਮਣੇ ਆਈ ਹੈ, ਜਿਸ ਮੁਤਾਬਕ ਕੈਨੇਡਾ ਦੇ ਵਿੱਚ ਕੋਰੋਨਾ ਵਾਇਰਸ ਕਾਰਨ ਸਭ ਤੋਂ ਜ਼ਿਆਦਾ ਵੱਧ ਉਮਰ ਦੇ ਲੋਕਾਂ ਦੀ ਜਾਨ ਗਈ ਹੈ। ਕੈਨੇਡਾ ਦੇ ਵਿੱਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 11,776 ਦੇ ਲਗਭਗ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਕ ਡੇਟਾ ਰਿਪੋਰਟ ਦੇ ਵਿੱਚ ਪਤਾ ਲੱਗਿਆ ਹੈ ਕਿ ਕੋਰੋਨਾ ਕਾਰਨ ਮਰਨ ਵਾਲਿਆਂ ਦੇ ਵਿੱਚ ਜ਼ਿਆਦਾ 85 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕ ਹਨ। ਰਿਪੋਰਟ ਅਨੁਸਾਰ ਮਾਰਚ ਤੋਂ ਜੂਨ ਤੱਕ ਕੋਰੋਨਾ ਕਾਰਨ ਜ਼ਿਆਦਾ ਬਜ਼ੁਰਗਾਂ ਦੀ ਜਾਨ ਗਈ ਹੈ ਅਤੇ ਵਧੇਰੇ ਲੌਂਗ ਟਰਮ ਸੈਂਟਰ ਦੇ ਵਿੱਚ ਰਹਿਣ ਵਾਲੇ ਸਨ। ਅਧਿਕਾਰੀਆਂ ਮੁਤਾਬਕ ਇਸ ਦੌਰਾਨ ਲਗਭਗ 7,576 ਮੌਤਾਂ ਹੋਈਆਂ। ਅੰਕੜੇ ਮੁਤਾਬਕ 7,576 ਡੈਥਸ ਦੇ ਵਿੱਚੋਂ 52% ਦੀ 65 ਸਾਲ ਤੋਂ ਘੱਟ ਉਮਰ ਦੇ ਲੋਕ ਸਨ। ਕੈਨੇਡਾ ਦੇ ਵਿੱਚ ਕੋਰੋਨਾ ਨੇ ਬਜ਼ੁਰਗਾਂ ਨੂੰ ਵਧੇਰੇ ਆਪਣਾ ਸ਼ਿਕਾਰ ਬਣਾਇਆ। ਸਟੈਟਿਕਸ ਕੈਨੇਡਾ ਦੀ ਰਿਪੋਰਟ ਦੇ ਮੁਤਾਬਕ ਇਨੇ ਹੀ ਸਮੇਂ ਦੇ ਵਿੱਚ 8,345 ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿੱਚੋਂ 4,615 85 ਤੋਂ ਵੱਧ ਉਮਰ ਦੇ ਲੋਕ ਸਨ। ਫਿਲਹਾਲ ਕੈਨੇਡਾ ਦੇ ਕਈ ਪ੍ਰੋਵਿੰਸਿਸ ਦੇ ਵਿੱਚ ਸਖਤ ਰਿਸਟ੍ਰਿਕਸ਼ਨਸ ਮੁੜ ਤੋਂ ਲਗਾਈਆਂ ਗਈਆਂ ਤੇ ਲੋਕਾਂ ਨੂੰ ਬਿਨਾਂ ਜ਼ਰੂਰੀ ਕੰਮ ਦੇ ਘਰਾਂ ਚੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ। ਕੋਵਿਡ-19 ਦੇ ਚੱਲਦਿਆਂ ਅਲੱਗ ਤਰ੍ਹਾਂ ਦੇ ਇਸ ਨੂੰ ਲੈ ਕੇ ਖੁਲਾਸੇ ਹੋ ਰਹੇ ਨੇ। ਬਹੁਤ ਤਰ੍ਹਾਂ ਦੀਆਂ ਜਿਹੜੀਆਂ ਇਸ ਨੂੰ ਲੈ ਕੇ ਰਿਪੋਰਟਸ ਵੀ ਸਾਹਮਣੇ ਆ ਰਹੀਆਂ ਨੇ। ਇੱਕ ਹੋਰ ਜਿਹੜੀ ਰਿਪੋਰਟ ਕੈਨੇਡਾ ਤੋਂ ਸਾਹਮਣੇ ਆਈ ਹੈ, ਜਿਸ ਦੇ ਵਿੱਚ ਇਹ ਪਾਇਆ ਗਿਆ ਕਿ ਜੋ ਇੱਥੇ ਮੌਤਾਂ ਹੋਈਆਂ ਨੇ ਉਸ ਦੇ ਵਿੱਚ ਜ਼ਿਆਦਾਤਰ ਲੋਕ 85 ਸਾਲ ਜਾਂ 85 ਸਾਲ ਤੋਂ ਜ਼ਿਆਦਾ ਉਮਰ ਦੇ ਸ਼ਾਮਿਲ ਨੇ। ਬਾਕੀ ਇਸ ਦੇ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਤੁਹਾਡੇ ਨਾਲ ਇਸ ਖਬਰ ਦੇ ਵਿੱਚ ਸਾਂਝੀ ਕਰਾਂਗੇ। ਵੱਖ-ਵੱਖ ਫਾਰਮਾਸਿਊਟੀਕਲ ਕੰਪਨੀਆਂ ਨੇ ਆਪਣੇ ਕੋਰੋਨਾ ਵੈਕਸੀਨ ਦੇ ਬਾਰੇ ਵਿੱਚ ਦਾਅਵੇ ਕੀਤੇ ਹਨ। ਐਸਟ੍ਰਾਜੈਨੇਕਾ ਵੱਲੋਂ ਵੀ ਆਪਣੇ ਟੀਕੇ ਨੂੰ ਸੁਰੱਖਿਅਤ ਦੱਸਿਆ ਗਿਆ, ਪਰ ਹੁਣ ਆਕਸਫੋਰਡ ਦਾ ਦਾਅਵਾ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਿਆ ਹੈ। ਆਕਸਫੋਰਡ ਯੂਨੀਵਰਸਿਟੀ ਤੇ ਡਰੱਗ ਕੰਪਨੀ ਐਸਟ੍ਰਾਜੈਨੇਕਾ ਦੀ ਵੈਕਸੀਨ ਨੂੰ ਲੈ ਕੇ ਕਈ ਸਵਾਲ ਖੜੇ ਹੋ ਗਏ ਹਨ। ਇਸ ਦੌਰਾਨ ਕੰਪਨੀ ਦੇ CEO ਨੇ ਐਲਾਨ ਕੀਤਾ ਹੈ ਕਿ ਉਹ ਫਿਰ ਤੋਂ ਵੈਕਸੀਨ ਦਾ ਟ੍ਰਾਇਲ ਕਰਨ ਤੇ ਵਿਚਾਰ ਕਰ ਰਹੇ ਨੇ। ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਇਹ ਟ੍ਰਾਇਲ ਫਿਲਹਾਲ ਚੱਲ ਰਹੇ ਨੇ ਤੇ ਹੁਣ ਜਿਹੜਾ ਟ੍ਰਾਇਲ ਹੋਵੇਗਾ ਉਹ ਵੱਖ ਲੋਕਾਂ ਤੇ ਘੱਟ ਲੋਕਾਂ ਤੇ ਹੋਵੇਗਾ, ਤਾਂ ਕਿ ਰਿਜ਼ਲਟਸ ਜਲਦ ਤੋਂ ਜਲਦ ਸਾਹਮਣੇ ਆ ਸਕਣ। ਕੋਰੋਨਾ ਵਾਇਰਸ ਦੇ ਨਾਲ ਜੂਝ ਰਹੇ ਪੂਰੇ ਵਿਸ਼ਵ ਨੂੰ ਇਸ ਸਮੇਂ ਐਸਟ੍ਰਾਜੈਨੇਕਾ ਦੀ ਵੈਕਸੀਨ ਤੋਂ ਕਾਫੀ ਉਮੀਦਾਂ ਹਨ। ਰਿਪੋਰਟ ਮੁਤਾਬਕ ਆਕਸਫੋਰਡ ਦੀ ਵੈਕਸੀਨ ਦੀ ਅੱਧੀ ਖੁਰਾਕ ਦੇ ਫੁੱਲ ਡੋਜ਼ ਮੁਕਾਬਲੇ ਜ਼ਿਆਦਾ ਬਿਹਤਰ ਤਰੀਕੇ ਦੇ ਨਾਲ ਕੰਮ ਕੀਤਾ। ਇਹਨਾਂ ਵਿਵਾਦਾਂ ਦੇ ਵਿੱਚ ਕੰਪਨੀ ਦੇ CEO ਪਾਸਕਲ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਸਾਡੀ ਵੈਕਸੀਨ ਅਨੁਮਾਨ ਤੋਂ ਜ਼ਿਆਦਾ ਚੰਗੀ ਪ੍ਰਭਾਵਸ਼ਾਲੀ ਸਮਰੱਥਾ ਜਾਣੀ ਕਿ ਕੈਪੈਸਿਟੀ ਹਾਸਲ ਕਰ ਰਹੀ ਹੈ। ਹੁਣ ਇਸ ਵਿੱਚ ਇਸ ਦੀ ਕਨਫਰਮੇਸ਼ਨ ਕਰਨੀ ਹੋਵੇਗੀ। ਇਸ ਲਈ ਸਾਨੂੰ ਇੱਕ ਐਡੀਸ਼ਨਲ ਸਟੱਡੀ ਦੀ ਜ਼ਰੂਰਤ ਹੈ। ਇਹ ਇੱਕ ਅੰਤਰਰਾਸ਼ਟਰੀ ਸਟੱਡੀ ਹੋਵੇਗੀ, ਪਰ ਮੌਜੂਦਾ ਟ੍ਰਾਇਲ ਤੋਂ ਇਸ ਨੂੰ ਵੱਖ ਕੀਤਾ ਜਾਵੇਗਾ। ਇਸ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਲੋਕਾਂ ਨੂੰ ਨਾ ਘਬਰਾਉਣ ਅਤੇ ਐਸਟ੍ਰਾਜੈਨੇਕਾ ਦੀ ਵੈਕਸੀਨ ਤੇ ਪੂਰਾ ਵਿਸ਼ਵਾਸ ਰੱਖਣ ਦੇ ਲਈ ਕਿਹਾ ਹੈ। CII ਨੇ ਕਿਹਾ ਕਿ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਅਸਰਦਾਰ ਹੈ। ਦੱਸਦੀਏ ਕਿ ਐਸਟ੍ਰਾਜੈਨੇਕਾ ਅਤੇ ਆਕਸਫੋਰਡ ਯੂਨੀਵਰਸਿਟੀ ਨੇ ਇਹ ਮੰਨਿਆ ਕਿ ਟ੍ਰਾਇਲ ਦੌਰਾਨ ਕੁਝ ਲੋਕਾਂ ਨੂੰ ਦਿੱਤੀ ਗਈ ਵੈਕਸੀਨ ਦੀ ਡੋਜ਼ ਦੇ ਵਿੱਚ ਗਲਤੀ ਹੋਈ ਸੀ। ਇਸ ਦੇ ਨਾਲ ਵੈਕਸੀਨ ਦੇ ਅਸਰ ਦੇ ਨਾਲ ਜੁੜੇ ਡੇਟਾ ਤੇ ਸਵਾਲ ਖੜੇ ਹੋ ਰਹੇ ਨੇ। ਹੁਣ ਐਕਸਪਰਟਸ ਪੁੱਛ ਰਹੇ ਹਨ ਕਿ ਕੀ ਐਡੀਸ਼ਨਲ ਟੈਸਟਿੰਗ ਦੇ ਵਿੱਚ ਇਹ ਡੇਟਾ ਇੰਟੈਕਟ ਹੋਏਗਾ ਜਾਂ ਫਿਰ ਹੋਰ ਘੱਟ ਹੋਵੇਗਾ। ਹਾਲ ਹੀ ਦੇ ਵਿੱਚ 3 ਫਾਰਮਾਸਿਊਟੀਕਲ ਕੰਪਨੀਆਂ ਵੱਲੋਂ ਆਪਣੇ ਕੋਵਿਡ-19 ਵੈਕਸੀਨ ਦੇ ਬਾਰੇ ਦੇ ਵਿੱਚ ਪੋਜ਼ਿਟਿਵ ਦਾਅਵੇ ਕੀਤੇ ਗਏ ਹਨ। ਹੁਣ ਡੋਨਾਲਡ ਟਰੰਪ ਨੇ ਵਾਈਟ ਹਾਊਸ ਛੱਡਣ ਵਾਸਤੇ ਇੱਕ ਸ਼ਰਤ ਰੱਖ ਦਿੱਤੀ ਹੈ। 3 ਨਵੰਬਰ ਨੂੰ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਚੋਣਾਂ ਹੋਈਆਂ ਸੀ, ਜਿਸ ਦੇ ਵਿੱਚ ਜੋ ਬਾਈਡਨ ਵੱਲੋਂ ਜਿੱਤ ਦਰਜ ਕੀਤੀ ਗਈ ਹੈ, ਪਰ ਉਸ ਦੇ ਬਾਵਜੂਦ ਉਦੋਂ ਤੋਂ ਹੀ ਲੈ ਕੇ ਹੁਣ ਤੱਕ ਡੋਨਾਲਡ ਟਰੰਪ ਵੱਲੋਂ ਅਜੇ ਤੱਕ ਆਪਣੀ ਹਾਰ ਨੂੰ ਨਹੀਂ ਸਵੀਕਾਰ ਕੀਤਾ ਗਿਆ। ਉਹਨਾਂ ਵੱਲੋਂ ਲਗਾਤਾਰ ਹੀ ਇਹ ਦਾਅਵੇ ਕੀਤੇ ਜਾ ਰਹੇ ਨੇ, ਇਹ ਦੋਸ਼ ਲਗਾਏ ਜਾ ਰਹੇ ਨੇ ਕਿ ਅਮਰੀਕਾ ਦੇ ਵਿੱਚ ਜੋ ਰਾਸ਼ਟਰਪਤੀ ਚੋਣਾਂ ਹੋਈਆਂ, ਜੋ ਉਸਦੇ ਰਿਜ਼ਲਟਸ ਆਏ ਨੇ, ਉਸ ਦੇ ਵਿੱਚ ਗੜਬੜੀ ਹੋਈ ਹੈ। ਪਰ ਹੁਣ ਉਹਨਾਂ ਨੇ ਕਹਿ ਦਿੱਤਾ ਹੈ ਕਿ ਜੋ ਇਲੈਕਟਰਲ ਵੋਟਾਂ ਦੇ ਵਿੱਚ ਜੇਕਰ ਜਿੱਤ ਹਾਸਲ ਕਰਦੇ ਨੇ ਜੋ ਬਾਈਡਨ, ਜੋ 14 ਦਸੰਬਰ ਨੂੰ ਜਿਸ ਦੇ ਨਤੀਜੇ ਸਾਹਮਣੇ ਆਉਣਗੇ, ਤਾਂ ਹੀ ਉਹਨਾਂ ਵੱਲੋਂ ਵਾਈਟ ਹਾਊਸ ਛੱਡਿਆ ਜਾਏਗਾ। ਸੋ ਹੁਣ ਉਹਨਾਂ ਵੱਲੋਂ ਇਹ ਸ਼ਰਤ ਰੱਖ ਦਿੱਤੀ ਗਈ ਹੈ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਹੀ ਉਹ ਵਾਈਟ ਹਾਊਸ ਤੋਂ ਜਾਣਗੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਈਟ ਹਾਊਸ ਛੱਡਣ ਦੇ ਲਈ ਇੱਕ ਸ਼ਰਤ ਰੱਖ ਦਿੱਤੀ ਹੈ। ਜੀ ਹਾਂ, 3 ਨਵੰਬਰ ਨੂੰ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਚੋਣਾਂ ਹੋਈਆਂ, ਜਿਨ੍ਹਾਂ ਦੇ ਵਿੱਚ ਡੋਨਾਲਡ ਟਰੰਪ ਅਮਰੀਕੀ ਚੋਣਾਂ ਹਾਰ ਚੁੱਕੇ, ਪਰ ਬਾਵਜੂਦ ਇਸ ਦੇ ਉਹ ਆਸਾਨੀ ਦੇ ਨਾਲ ਵਾਈਟ ਹਾਊਸ ਛੱਡਣ ਦੇ ਲਈ ਤਿਆਰ ਨਹੀਂ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਹਾਰ ਮੰਨਣਾ ਬੇਹੱਦ ਮੁਸ਼ਕਿਲ ਹੈ। ਜੋ ਬਾਈਡਨ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ ਨੇ। ਚੋਣ ਹਾਰਨ ਦੇ ਬਾਵਜੂਦ ਵੀ ਟਰੰਪ ਨੇ ਵਾਈਟ ਹਾਊਸ ਖਾਲੀ ਕਰਨ ਦੇ ਲਈ ਇੱਕ ਸ਼ਰਤ ਰੱਖੀ ਹੈ। ਟਰੰਪ ਨੇ ਕਿਹਾ ਹੈ ਕਿ ਜੇ ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਜੋ ਬਾਈਡਨ ਨੂੰ ਇਲੈਕਟਰਲ ਵੋਟਿੰਗ ਵਿੱਚ ਜਿੱਤ ਮਿਲਦੀ ਹੈ ਤਾਂ ਉਹ ਵਾਈਟ ਹਾਊਸ ਛੱਡਣ ਨੂੰ ਤਿਆਰ ਹਨ। ਇਸ ਦੇ ਨਾਲ ਹੀ ਉਹਨਾਂ ਨੇ ਵੋਟਿੰਗ ਦੇ ਵਿੱਚ ਗੜਬੜੀ ਦੇ ਦੋਸ਼ਾਂ ਨੂੰ ਮੁੜ ਤੋਂ ਦੁਹਰਾਇਆ, ਜਾਣੀ ਕਿ ਇਹਨਾਂ ਦਾ ਫਿਰ ਤੋਂ ਜ਼ਿਕਰ ਕੀਤਾ।
ਥੈਂਕਸਗਿਵਿੰਗ ਮੌਕੇ ਵਾਈਟ ਹਾਊਸ ਦੇ ਵਿੱਚ ਡੋਨਾਲਡ ਟਰੰਪ ਨੇ ਕਿਹਾ ਕਿ ਮੌਜੂਦਾ ਹਾਲਾਤ ਦੇ ਵਿੱਚ ਚੇਂਜਸ ਇਨ ਪਾਵਰ ਹੋਣਾ ਬਹੁਤ ਮੁਸ਼ਕਿਲ ਹੈ। ਟਰੰਪ ਨੇ ਕਿਹਾ ਅਮਰੀਕੀ ਚੋਣਾਂ ਨਤੀਜਿਆਂ ਦੀ ਸਥਿਤੀ ਠੀਕ ਨਹੀਂ। ਉਹਨਾਂ ਕਿਹਾ ਕਿ ਜੋ ਬਾਈਡਨ ਨੂੰ ਇਲੈਕਟਰਲ ਵੋਟਿੰਗ ਦੇ ਵਿੱਚ ਜੇ ਜਿੱਤ ਮਿਲਦੀ ਹੈ ਤਾਂ ਉਹ ਵਾਈਟ ਹਾਊਸ ਛੱਡਣ ਦੇ ਉੱਪਰ ਫੈਸਲਾ ਕਰਨਗੇ। ਟਰੰਪ ਨੇ ਇਹ ਵੀ ਕਹਿ ਦਿੱਤਾ ਕਿ ਜੇ ਜੋ ਬਾਈਡਨ ਨੂੰ ਇਲੈਕਟਰਲ ਕਾਲਜ ਵਿੱਚ ਜੇਤੂ ਐਲਾਨਿਆ ਜਾਂਦਾ ਹੈ ਤਾਂ ਇਹ ਵੱਡੀ ਗਲਤੀ ਹੋਵੇਗੀ। ਇਸ ਨੂੰ ਸਵੀਕਾਰ ਕਰਨਾ ਬੇहद ਮੁਸ਼ਕਿਲ ਹੋਵੇਗਾ। ਦੱਸ ਦਈਏ ਕਿ ਡੋਨਾਲਡ ਟਰੰਪ ਲਗਾਤਾਰ ਅਮਰੀਕੀ ਚੋਣਾਂ ਦੇ ਨਤੀਜਿਆਂ ਨੂੰ ਗਲਤ ਦੱਸਦੇ ਆ ਰਹੇ ਹਨ। ਟਰੰਪ ਆਪਣੀ ਹਾਰ ਮੰਨਣ ਦੇ ਲਈ ਅਜੇ ਵੀ ਤਿਆਰ ਨਹੀਂ। ਅਮਰੀਕੀ ਸੈਨੇਟ ਦੇ ਵਿੱਚ 14 ਦਸੰਬਰ ਨੂੰ ਇਲੈਕਟਰਲ ਵੋਟਾਂ ਦਾ ਫੈਸਲਾ ਕੀਤਾ ਜਾਏਗਾ। ਜੇਕਰ ਇਲੈਕਟਰਲ ਕਾਲਜ ਵੋਟ ਦੇ ਵਿੱਚ ਜੋ ਬਾਈਡਨ ਜੇਤੂ ਐਲਾਨੇ ਜਾਂਦੇ ਹਨ ਤਾਂ ਟਰੰਪ ਵਾਈਟ ਹਾਊਸ ਛੱਡ ਦੇਣਗੇ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕੈਨੇਡਾ ਦੇ ਵਿੱਚ ਕੋਵਿਡ-19 ਅਪਡੇਟ ਦੱਸਾਂਗੇ ਕਿੱਥੋਂ ਆਏ ਕਿੰਨੇ ਮਾਮਲੇ ਸਾਹਮਣੇ। ਸਪਟੈਂਬਰ ਦੇ ਵਿੱਚ ਕੈਨੇਡਾ ਵਾਸੀਆਂ ਨੂੰ ਮਿਲੇਗੀ ਵੈਕਸੀਨ। ਟਰੂਡੋ ਨੇ ਸਾਂਝੀ ਕੀਤੀ ਇਸ ਵੈਕਸੀਨ ਦੇ ਬਾਰੇ ਵਿੱਚ ਜਾਣਕਾਰੀ। ਕੈਨੇਡਾ ਦੇ ਐਮਪੀ ਆਏ ਕਿਸਾਨਾਂ ਦੇ ਹੱਕ ਦੇ ਵਿੱਚ ਕਿਹਾ ਸੁਣੀ ਜਾਵੇ ਕਿਸਾਨਾਂ ਦੀ ਗੱਲ। ਅਮਰੀਕਾ ਅੰਦਰ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਭਾਰਤ ਸਰਕਾਰ ਦੇ ਰਵੱਈਏ ਦੀ ਨਿਖੇਧੀ। ਟਰੂਡੋ ਨੇ ਦਿੱਤਾ ਕੈਨੇਡਾ ਵਾਸੀਆਂ ਨੂੰ ਸੰਦੇਸ਼ ਮੌਜੂਦਾ ਹਾਲਾਤ ਬਾਰੇ ਕਰਵਾਇਆ ਜਾਣੂ। ਸੋ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।